एवरीवन, वेलकम बैक टू माय यूट्यूब चैनल। आज हम करेंगे क्लास 8 चैप्टर 6 इंग्लिश के द ओल्ड सेज एंड थ्री ब्रदर्स के क्वेश्चन आंसर्स। मतलब जितनी भी एक्टिविटी बेस्ड क्वेश्चन है वो सारे। तो एक आपको एग्जाम में ये भी आता है कि जिसमें आपने एक वर्ड मिलता है, आपने उसका मीनिंग भी बताना होता है एंड जो सेंटेंस मेकिंग होती है, मेक द सेंटेंस, वो भी इन्हीं वर्ड्स में से आएंगे। तो मैं वो भी आपको साथ में करा रही हूँ। पहला साडा वर्ड है समंड। समंड मतलब बुलाया या हाजिर होने की, ज्यादा किसी ਨੂੰ बुलाने ਆ ਤੇ ਇਹਦਾ ਸੈਂਟੈਂਸ ਐਵੇਂ ਬਣ ਸਕਦਾ ਵਾ, the principal summoned the student to the office। ਵੀ ਪ੍ਰਿੰਸੀਪਲ ਨੇ ਸਟੂਡੈਂਟਸ ਨੂੰ ਆਫਿਸ ਚ ਬੁਲਾਇਆ। annoyed मतलब चिड़िया होया, तंग होया, मतलब जब ਆਪਾਂ ਕਿਸੇ ਤੋਂ ਖਿਜ ਜਾਂਦੇ ਆ ਉਹ ਵੀ ਲਿਖ ਸਕਦੇ, ਖਿਜਿਆ ਹੋਇਆ ਵੀ ਲਿਖ ਸਕਦੇ ਹੋ ਤੁਸੀਂ। ਇਹਦਾ ਸੈਂਟੈਂਸ ਆ I was annoyed when my friend broke my pencil। ਕਹਿੰਦੇ ਮੈਂ ਖਿਜ ਗਿਆ ਜਦ ਮੇਰੇ ਦੋਸਤ ਨੇ ਮੇਰੀ ਪੈਨਸਲ ਤੋੜਤੀ। and next word is acquiring, ਹਾਸਲ ਕਰਨਾ। ਜਦ ਕਿਸੇ ਚੀਜ਼ ਨੂੰ ਜਦ ਆਪਾਂ ਹਾਸਲ ਕਰ ਲੈਂਦੇ ਆ ਉੱਥੇ ਆਪਾਂ ਇਹ ਵਰਡ ਉਸ ਥਾਂ ਲਈ ਯੂਜ਼ ਕਰ ਸਕਦੇ ਆ, acquiring, ਹਾਸਲ ਕਰਨਾ, ਪ੍ਰਾਪਤ ਕਰਨਾ। ਸੈਂਟੈਂਸ ਇਹਦਾ ਵਾ she is acquiring new skills by reading every day। ਕਹਿੰਦੇ ਪੜ੍ਹ ਕੇ ਉਹਨੂੰ ਰੋਜ਼ ਕੋਈ ਨਾ ਕੋਈ ਨਵੀਂ ਸਕਿੱਲ ਸਿੱਖ ਰਹੀ ਆ। ਪੋਲਟਰੀ, ਇੱਕ ਤਾਂ ਇਹਦਾ ਪੰਜਾਬੀ ਚ ਇਹਨਾਂ ਨੇ ਪੋਲਟਰੀ ਲਿਖਿਆ ਹੋਇਆ ਵਾ ਐਂਡ ਮਤਲਬ ਮੁਰਗੀਆਂ ਦਾ, ਪੰਛੀਆਂ ਦਾ ਕੰਮ ਕਰਨਾ, ਉਹਨਾਂ ਨੂੰ ਪਾਲ ਕੇ ਉਹਨਾਂ ਦਾ ਮੀਟ ਜਾਂ ਅੰਡੇ ਲਈ ਉਹਨਾਂ ਨੂੰ ਵੇਚਣਾ, ਉਸ ਚੀਜ਼ ਨੂੰ ਕਹਿੰਦੇ ਆ ਪੋਲਟਰੀ ਫਾਰਮ, ਅੰਡੇ ਮਾਸ ਲਈ। ਓਕੇ, ਮਾਈ ਅੰਕਲ ਹੈਜ਼ ਅ ਪੋਲਟਰੀ ਫਾਰਮ ਨੀਅਰ ਦ ਵਿਲੇਜ। ਕਹਿੰਦੇ ਮੇਰੇ ਅੰਕਲ ਦਾ ਪਿੰਡ ਦੇ ਕੋਲ ਇੱਕ ਪੋਲਟਰੀ ਫਾਰਮ ਆ। ਅਪਰੋਚਡ, ਨੇੜੇ ਆਇਆ, ਕੋਲ ਗਿਆ। ਜਦ ਕੋਈ ਸਾਡੇ ਕੋਲ ਆਂਦਾ ਜਾਂ ਕੋਈ ਸਾਡੇ ਨਾਲ ਗੱਲ ਕਰਨ ਦੀ ਕੋਸ਼ਿਸ਼ ਕਰਦਾ ਜਾਂ ਕੋਈ ਅੱਗੇ ਵੱਧ ਕੇ ਸਾਡੇ ਨਾਲ ਗੱਲ ਕਰਨ ਦੀ ਕੋਸ਼ਿਸ਼ ਕਰਦਾ, ਉੱਥੇ ਵੀ ਆਪਾਂ ਅਪਰੋਚਡ ਵਰਡ ਯੂਜ਼ ਕਰ ਸਕਦੇ ਹਾਂ। ਨੇੜੇ ਆਇਆ, ਕੋਲ ਗਿਆ। ਹੁਣ ਇਹਦਾ ਸੈਂਟੈਂਸ ਹੈ a stranger approached me and asked for directions। ਕਹਿੰਦਾ ਇੱਕ ਸਟ੍ਰੇਂਜਰ ਮੇਰੇ ਕੋਲ ਆਇਆ ਤੇ ਉਹਨੇ ਮੇਰੇ ਤੋਂ ਰਾਹ ਬਾਰੇ ਪੁੱਛਿਆ, directions, ask for directions। deny ਹੁੰਦਾ ਵਾ ਇਨਕਾਰ ਕਰਨਾ, ਮਨਾ ਕਰ ਦੇਣਾ। ਜਦ ਆਪਾਂ ਕਿਸੇ ਨੂੰ ਕਹਿੰਦੇ I denied this idea। ਹੁਣ ਇੱਥੇ ਕੀ ਸੈਂਟੈਂਸ ਲਿਖਿਆ ਹੈ, she did not deny help to poor man। ਕਹਿੰਦੇ ਉਹਨੇ ਗਰੀਬ ਇਨਸਾਨ ਦੀ ਮਦਦ ਕਰਨ ਤੋਂ ਨਾ ਨਹੀਂ ਕੀਤੀ, she did not deny। delighted मतलब बहुत खुश होना, प्रसन्न होना। सेंटेंस है I was delighted to hear that I got good marks। कहने मैंने बहुत खुशी हुई जब मैं सुनिया कि मेरे अच्छे मार्क्स आए ने, बढ़िया नंबर आए ने मेरे। जर्नी का मतलब ਹੁੰਦਾ सफर, यात्रा। ਸਾਨੂੰ ਸਭ ਨੂੰ ਪਤਾ ਹੈ our journey to ਅੰਮ੍ਰਿਤਸਰ was comfortable। ਕਹਿੰਦੇ ਸਾਡੀ ਅੰਮ੍ਰਿਤਸਰ ਤੱਕ ਦੀ ਜਰਨੀ ਬਹੁਤ ਆਰਾਮਦਾਇਕ ਸੀ। granted मतलब ਮੰਨ ਲਿਆ, ਦੇ ਦਿੱਤਾ, ਮਨਜ਼ੂਰ ਕੀਤੀ। ਆਪਾਂ ਐਪਲੀਕੇਸ਼ਨ ਵਿੱਚ ਵੀ ਲਿਖਦੇ ਆ ਨਾ kindly grant me leave for 1 day 2 days और ਜਿੰਨੇ ਵੀ ਤੁਹਾਨੂੰ ਚਾਹੀਦੇ ਆ। ਫਿਰ grant ਦਾ ਮਤਲਬ ਹੁੰਦਾ ਮੰਨ ਲਈ, ਠੀਕ ਹੈ। ਸੈਂਟੈਂਸ ਹੈ the teacher granted me permission to leave early। ਕਹਿੰਦੇ ਅਧਿਆਪਕ ਨੇ ਮੈਨੂੰ ਜਲਦੀ ਜਾਣ ਦੀ ਪਰਮਿਸ਼ਨ ਯਾਨੀ ਕਿ ਆਗਿਆ ਦੇ ਦਿੱਤੀ। snatched मतलब झपट के ले लिया या छीन लिया। ओके, the boy snatched the ball and ran away। कहने मुंडे ने बॉल छीनी, खोई ते भज गया। ਤਾਂ ਜੀ ਨੈਕਸਟ ਐਕਟੀਵਿਟੀ ਹੈ, ਇਹ ਚ ਆਪਾਂ ਨੂੰ ਵਰਡਸ ਦਿੱਤੇ ਹੋਏ ਆ, ਇਹਦੇ ਆਪਾਂ ਨਾਉਨ ਬਣਾਣੇ ਆ। ਟਰਾਈ ਦਾ ਬਣ ਗਿਆ ਟ੍ਰਾਇਲ, ਡਿਸਟਰੈਕਟ ਦਾ ਬਣ ਗਿਆ ਡਿਸਟਰੈਕਸ਼ਨ, ਮੂਵ ਦਾ ਬਣ ਗਿਆ ਮੂਵਮੈਂਟ, ਐਜੂਕੇਟ ਦਾ ਬਣ ਗਿਆ ਐਜੂਕੇਸ਼ਨ, ਇਨਫਾਰਮ ਦਾ ਬਣ ਗਿਆ ਇਨਫੋਰਮੇਸ਼ਨ, ਅਗਰੀ ਦਾ ਬਣ ਗਿਆ ਅਗਰੀਮੈਂਟ, ਪੇ ਦਾ ਬਣ ਗਿਆ ਪੇਮੈਂਟ, ਆਰਗਿਊ ਦਾ ਬਣ ਗਿਆ ਆਰਗੂਮੈਂਟ, ਪਾਸ ਦਾ ਬਣ ਗਿਆ ਪੈਸੇਜ, ਬੈਗ ਦਾ ਬਣ ਗਿਆ ਬੈਗੇਜ, ਮੈਰੀ ਦਾ ਬਣ ਗਿਆ ਮੈਰਿਜ, ਰਿਫਿਊਜ਼ ਦਾ ਬਣ ਗਿਆ ਰਿਫਿਊਜ਼ਲ, ਪ੍ਰਪੋਜ਼ ਦਾ ਬਣ ਗਿਆ ਪ੍ਰਪੋਜ਼ਲ, ਅਰਾਈਵ ਦਾ ਬਣ ਗਿਆ ਅਰਾਈਵਲ, ਫੇਲ ਦਾ ਬਣ ਗਿਆ ਫੇਲਿਅਰ। ਦੇਖੋ ਮੋਸਟਲੀ ਸਾਰੇ ਇਹਨਾਂ ਚ ਕਿਸੇ ਚੀਜ਼ ਦੇ ਪਿੱਛੇ ਮੈਂਟ, ਏਜ, ਐਲ ਲੱਗਿਆ ਹੋਇਆ ਵਾ, ਇੱਥੇ ਫੇਲਿਅਰ ਸੀ ਤਾਂ ਇਹਦੇ ਪਿੱਛੇ ਯੂ ਆਰ ਲੱਗਿਆ। ਤੁਸੀਂ ਦੇਖਣਾ ਫੇਲਿਅਰ, ਪ੍ਰੈਸ਼ਰ, ਹੈ ਨਾ। ਕਨਫਿਊਜ਼ ਦਾ ਬਣ ਗਿਆ ਕਨਫਿਊਜ਼ਨ, ਡਿਸਾਈਡ ਦਾ ਬਣ ਗਿਆ ਡਿਸੀਜਨ, ਰਿਵਾਈਜ਼ ਦਾ ਬਣ ਗਿਆ ਰਿਵੀਜ਼ਨ, ਟੀਚ ਦਾ ਬਣ ਗਿਆ ਟੀਚਿੰਗ। ਇਹ ਹੁਣ ਇਹ ਵਰਡਸ ਐਵੇਂ ਨੇ ਜੇ ਤੁਸੀਂ ਬਾਰ-ਬਾਰ ਪ੍ਰੈਕਟਿਸ ਕਰੋਗੇ ਤਾਂ ਤੁਹਾਡੇ ਬਿਹਤਰੀਨ ਹੋਣਗੇ। ਦੇਖੋ ਕੋਈ ਵੀ ਲੈਂਗੁਏਜ ਹੈ ਉਹ ਜਿੰਨੀ ਜ਼ਿਆਦਾ ਆਪਾਂ ਲਿਖਾਂਗੇ, ਪੜਾਂਗੇ, ਸੁਣਾਂਗੇ ਤੇ ਆਪ ਜਿੰਨਾ ਜ਼ਿਆਦਾ ਇਹ ਕਰਾਂਗੇ ਤਾਂ ਸਾਡੀ ਜ਼ਿਆਦਾ ਬੈਟਰ ਹੋਏਗੀ। ਤੇ ਫਰਸਟ ਕੁਐਸਚਨ ਹੈ ਹਾਊ ਮੈਨੀ ਸਨਸ ਡਿਡ ਦ 올ਡ ਫਾਰਮਰ ਹੈਵ। ਕਹਿੰਦੇ ਬੁੱਢੇ ਕਿਸਾਨ ਦੇ ਕਿੰਨੇ ਬੇਟੇ ਸੀ? ਹੀ ਹੈਡ 3 ਸਨਸ। ਕਹਿੰਦੇ ਉਹਦੇ 3 ਬੇਟੇ ਸੀ। ਵਾਈ ਡਿਡ ਦ ਫਾਰਮਰ ਸਮਨ ਹਿਸ ਸਨਸ। ਕਹਿੰਦੇ ਫਾਰਮਰ ਨੇ ਆਪਣੇ ਬੇਟਿਆਂ ਨੂੰ ਕਿਉਂ ਬੁਲਾਇਆ? he called them because he wanted to test them before giving them his property। ਕਹਿੰਦੇ ਉਹਨੇ ਆਪਣੇ ਬੱਚਿਆਂ ਨੂੰ ਤਾਂ ਬੁਲਾਇਆ ਸੀ ਕਿਉਂਕਿ ਉਹ ਆਪਣੀ ਸਾਰੀ ਜਾਇਦਾਦ ਉਹਨਾਂ ਨੂੰ ਦੇਣ ਤੋਂ ਪਹਿਲਾਂ ਉਹਨਾਂ ਦਾ ਇੱਕ ਇਮਤਿਹਾਨ ਲੈਣਾ ਚਾਹੁੰਦਾ ਸੀ। what had the farmer decided to do। ਕਹਿੰਦੇ ਫਾਰਮਰ ਨੇ ਕਿਸ ਚੀਜ਼ ਦਾ ਫੈਸਲਾ ਲਿੱਤਾ, ਕਿਆ ਕਰਨ ਦਾ? ਕਹਿੰਦੇ he decided to divide his property among them only if they proved they were wealthy। ਕਹਿੰਦੇ ਫਾਰਮਰ ਨੇ ਫੈਸਲਾ ਲਿੱਤਾ ਕਿ ਮੈਂ ਆਪਣੀ ਪ੍ਰਾਪਰਟੀ ਆਪਣੇ ਬੇਟਿਆਂ ਨੂੰ ਤਾਂ ਹੀ ਦਊਂਗਾ ਜੇ ਉਹ ਇਹ ਚੀਜ਼ ਪ੍ਰੂਵ ਕਰਨਗੇ ਵੀ ਉਹ ਉਸ ਜਾਇਦਾਦ ਦੇ ਲਾਇਕ ਨੇ। How did Harry help the sage। ਕਹਿੰਦੇ ਹੈਰੀ ਨੇ ਬੁੱਢੇ ਬਾਬਾ ਦੀ ਹੈਲਪ ਕਿਵੇਂ ਕੀਤੀ? Harry gave the sage a chapati to eat। excuse me, sorry। ਕਹਿੰਦੇ ਹੈਰੀ ਨੇ ਬੁੱਢੇ ਬਾਬਾ ਨੂੰ ਖਾਣ ਲਈ ਰੋਟੀ ਦਿੱਤੀ, ਚਪਾਤੀ ਦਿੱਤੀ।
What did Harry ask for? कहंदे हैरी ने की मंगया? कहंदे he asked for a big house and 10 cows. हुण ये याद रखियो हैरी संदीप ते जेड़ा तीसरा भरा सी ओ सारे ने कुछ मंगया, कंफ्यूज नहीं होना। हुण इत्थों जो याद रखो हैरी asked for big house, हैरी asked for big house and 10 cows. हैरी ने एक वड्डा घर ते 10 गावां मंगियां सी। ਇਹ ਚੀਜ਼ਾਂ हैरी ने मंगियां सी, वड्डा घर ते 10 गावां। Why could the sage not cross the river? कहंदे जेड़ा बुड्ढा बाबा जी सी ਉਹ ਨਾ ਰਿਵਰ ਕਾਹਤੋਂ ਨਹੀਂ ਸੀ ਪਾਰ ਕਰ ਸਕਿਆ ਕਿਉਂਕਿ ਉੱਥੇ ਕੋਈ ਕਿਸ਼ਤੀ ਨਹੀਂ ਸੀ, because there was no boat. How did Sandeep help the sage? ਕਹਿੰਦੇ ਸੰਦੀਪ ਨੇ ਬੁੱਢੇ ਬਾਬਾ ਦੀ ਹੈਲਪ ਕਿਵੇਂ ਕੀਤੀ? ਸੰਦੀਪ helped the sage by giving him water when he was thirsty. ਕਹਿੰਦੇ ਸੰਦੀਪ ਨੇ ਬੁੱਢੇ ਬਾਬਾ ਨੂੰ ਉਦੋਂ ਪਾਣੀ ਪਿਲਾਇਆ ਜਦੋਂ ਉਹਨੂੰ ਬਹੁਤ ਜ਼ਿਆਦਾ ਪਿਆਸ ਲੱਗੀ ਹੋਈ ਸੀ। Did all the brothers keep their promise? ਕਹਿੰਦੇ ਸਾਰੇ ਬ੍ਰਦਰ ਆਪਦਾ ਪ੍ਰੋਮਿਸ ਰੱਖ ਪਾਏ ਸੀ? No, not all. Harry and Raman break their promise while Sandeep kept it. ਕਹਿੰਦੇ ਹੈਰੀ ਤੇ ਰਮਨ ਨੇ ਆਪਦਾ ਪ੍ਰੋਮਿਸ ਜਿਹੜਾ ਬੁੱਢੇ ਬਾਬਾ ਨੂੰ ਕੀਤਾ ਸੀ ਉਹ ਤੋੜਤਾ, ਬਟ ਸੰਦੀਪ ਨੇ ਉਹ ਪ੍ਰੋਮਿਸ ਰੱਖਿਆ ਸੀ। Why did Sage snatch away the gift from Harry and Raman? ਕਹਿੰਦੇ ਸੇਜ ਨੇ ਹੈਰੀ ਤੇ ਰਮਨ ਤੋਂ ਉਹਨਾਂ ਦੇ ਤੋਹਫੇ ਛੀਨ ਕਿਉਂ ਲਏ? ਕਹਿੰਦੇ because they broke their promise and refused to help poor people, so the sage punished them. ਕਹਿੰਦੇ ਕਿਉਂਕਿ ਉਹਨਾਂ ਨੇ ਆਪਣਾ ਵਾਅਦਾ ਜੋ ਸੇਜ ਨਾਲ ਕੀਤਾ ਸੀ ਵੀ ਅਸੀਂ ਹਰੇਕ ਗਰੀਬ ਦੀ ਜਿਹੜਾ ਸਾਡੇ ਦਲ ਤੇ ਆਊਗਾ ਉਹਦੀ ਮਦਦ ਕਰਾਂਗੇ, ਉਹ ਵਾਅਦਾ ਤੋੜਤਾ ਸੀ, ਇਸ ਕਰਕੇ ਸੇਜ ਨੇ ਉਹਨਾਂ ਨੂੰ ਸਜ਼ਾ ਦਿੱਤੀ। ਕਹਿੰਦੇ what do you learn from this story? ਕਹਿੰਦੇ ਇਸ ਕਹਾਣੀ ਤੋਂ ਤੁਹਾਨੂੰ ਕੀ ਸਿੱਖਿਆ ਮਿਲਦੀ ਆ? ਕਹਿੰਦੇ always keep your promise. ਕਹਿੰਦੇ ਪਹਿਲੀ ਸਿੱਖਿਆ ਤਾਂ ਇਹ ਮਿਲਦੀ ਆ ਹਮੇਸ਼ਾ ਆਪਣਾ ਵਾਅਦਾ ਨਿਭਾਓ। ਹੈਲਪ ਦ ਨੀਡੀ, ਜ਼ਰੂਰਤਮੰਦਾਂ ਦੀ ਹੈਲਪ ਕਰੋ, ਮਦਦ ਕਰੋ। ਕਾਈਂਡਨੈਸ ਮੈਟਰਸ ਮੋਰ ਦੈਨ ਗਿਫਟਸ। ਕਹਿੰਦੇ ਸਾਡੀ ਜਿਹੜੀ ਦਿਆਲੂਪਨ ਵਾ ਸਾਡਾ ਉਹ ਤੋਹਫਿਆਂ ਤੋਂ ਜ਼ਿਆਦਾ ਮੈਟਰ ਕਰਦਾ ਵਾ। ਹੁਣੇ ਕੁਝ ਫਿਲ ਇਨ ਦ ਬਲੈਂਕਸ, ਟਰੂ ਐਂਡ ਫਾਲਸ ਸਾਰੇ ਜਿਹੜੇ ਕਿ ਬੁੱਕ ਵਰਕ ਹੋਆ। ਫਾਰਮਰ ਹੈਡ 3 ਸਨ ਦਾ ਆਨਸਰ ਨੀਚੇ ਤੇ ਹੈ। He owned 3 fields and 3 houses. He owned 3 fields and 3 houses. The sage made the brothers promise that they would help the poor and the needy. ਹੁਣੇ MCQs ਨੇ। The sage gave a piece of stick to Raman. Sage ਨੇ ਰਮਨ ਨੂੰ ਇੱਕ ਛੜੀ ਦਿੱਤੀ ਸੀਗੀ। The sage gave a piece of stick to Raman. ਕਹਿੰਦੇ ਸੰਦੀਪ broke his promise, false. ਕੱਲਾ ਉਹੀ ਸੀ ਜਿਹਨੇ ਆਪਦਾ ਪ੍ਰੋਮਿਸ ਨਿਭਾਇਆ ਸੀ, ਸੰਦੀਪ ਨੇ ਆਪਣਾ ਪ੍ਰੋਮਿਸ ਰੱਖਿਆ ਸੀ। The sage punished did not punish Harry. The sage punished did not punish Harry and Raman. ਹੁਣ ਜੇ ਆਪਾਂ ਚੂਜ਼ ਕਰਨਾ ਹੈ ਸੇਜ ਨੇ ਪਨਿਸ਼ ਕੀਤੇ ਸੀ ਹੈਰੀ ਐਂਡ ਰਮਨ ਕਿ ਨਹੀਂ, ਤੇ ਆਨਸਰ ਹੈ ਹਾਂ, the sage punished Harry and Raman. ਉਹਨੇ ਆਪਾਂ ਜਿੰਨੇ ਵੀ ਇਨਫਿਨਿਟਿਵਸ ਨੇ ਇਹਨਾਂ ਸੈਂਟੈਂਸਸ ਚ ਆਪਾਂ ਉਹਨਾਂ ਨੂੰ ਪਿਕ ਕਰਨਾ ਵਾ, ਅੰਡਰਲਾਈਨ ਕਰਨਾ। ਫਸਟ ਸੈਂਟੈਂਸ ਆ I saw him go। ਇਹ ਚ ਜਿਹੜਾ go ਆ ਇਹ ਇੱਕ ਬੇਰ ਇਨਫਿਨਿਟਿਵ ਆ। ਦੂਸਰਾ ਸੈਂਟੈਂਸ ਆ he promised to come। ਇਹ ਚ ਜਿਹੜਾ to come ਆ ਉਹ ਇਨਫਿਨਿਟਿਵ ਆ। To forgive is difficult। ਇਸ ਸੈਂਟੈਂਸ ਵਿੱਚ ਜਿਹੜਾ to forgive ਆ ਉਹ ਇਨਫਿਨਿਟਿਵ ਆ। ਫੋਰਥ ਸੈਂਟੈਂਸ ਆ I watched her dance। ਇਸ ਵਿੱਚ ਇਹ ਡਾਂਸ ਹੈ ਜਿਹੜਾ ਉਹ ਬੇਰ ਇਨਫਿਨਿਟਿਵ ਆ। ਫਿਫਥ ਸੈਂਟੈਂਸ ਆ it is bad to cheat your family। ਇਹ ਚ to cheat ਆ ਜਿਹੜਾ ਉਹ ਇਨਫਿਨਿਟਿਵ ਆ। ਹੁਣ ਆਪਾਂ ਨਾਨ ਫਾਈਨਾਈਟ ਫਾਰਮਸ ਨਾਲ ਫਿਲਅਪਸ ਫਿਲ ਕਰਨੀਆਂ ਨੇ। ਨੀਚੇ ਇਹਨਾਂ ਦੇ ਆਨਸਰ ਨੇ। ਕਹਿੰਦੇ you ought to get up earlier, you ought ਹੈ ਨਾ, to ਆਊਗਾ ਇੱਥੇ to get up earlier। ਹੁਣ ਦੂਸਰਾ ਕੀ ਹੈ it is easy to make mistakes, ਆਨਸਰ ਆ ਨੀਚੇ ਦਿੱਤੇ ਹੋਏ ਜੀ। ਤੇ ਥਰਡ ਹੈ he made me repeat the lesson। ਤੇ ਚੌਥਾ ਵਾ you needn't say anything, ਵੀ ਤੁਸੀਂ ਕੁਝ ਵੀ ਨਹੀਂ ਕਿਹਾ, ਤੇ ਮਤਲਬ ਤੁਹਾਨੂੰ ਕੁਝ ਵੀ ਕਹਿਣ ਦੀ ਜ਼ਰੂਰਤ ਨਹੀਂ ਹੈ। ਤੇ ਪੰਜਵਾਂ ਵਾ would you like to come in my car। ਇਹ ਇੱਕ ਇੰਟਰੋਗੇਟਿਵ ਵੀ ਹੈ ਜਿਹੜਾ ਸੈਂਟੈਂਸ ਹੈ ਕਿਉਂਕਿ ਕੁਐਸਚਨ ਮਾਰਕ ਆ ਨਾ ਐਂਡ ਤੇ। ਸਿਕਸਥ ਆ ਸਾਡਾ he will be able to swim very soon। ਉਹਦੇ to ਆਏਗਾ to swim very soon। ਮੋਸਟਲੀ ਸਭ ਦੇ ਨਾਲ to ਹੀ ਲੱਗੇਗਾ। ਹੁਣ ਇਹ ਅਸੀਂ ਸੈਂਟੈਂਸ ਕਰ ਰਹੇ ਹਾਂ, ਮਤਲਬ ਐਕਟੀਵਿਟੀ 8 ਕਰ ਰਹੇ ਹਾਂ, ਮੋਸਟਲੀ ਸਭ ਚ you, to, enough ਤੇ ਇਨਫਿਨਿਟਿਵ ਲੱਗੇਗਾ। ਪਹਿਲਾ ਵਾ ਜੀ you are very young, you can't have a gun। ਕਹਿੰਦੇ you are too young to have a gun। He is very ill, he can't eat anything, he is too ill to eat anything। Mickey was very foolish, he told lies to the police। Mickey was foolish enough to tell lies to the police। The fire isn't very hot, it won't boil the kettle। The fire is not enough to boil the kettle। Kettle, it's actually kettle। The word, the pronunciation kettle we can use for the like groups of
cows and ox, like ਜਿੰਨੇ ਵੀ ਦੁੱਧ ਦੇਣ ਵਾਲੇ ਪਸ਼ੂ ਹੁੰਦੇ ਉਹਨਾਂ ਦੀ ਆਪਾਂ ਜਿਹੜੀ ਪ੍ਰੋਨੰਸੀਏਸ਼ਨ ਆ ਉਹ ਕੈਟਲ ਆ, ਇਹ ਕੇ ਵਾਲੀ ਜੀ ਚ ਆਪਾਂ ਚਾਹ ਵਗੈਰਾ ਪਾਉਂਦੇ ਇਟਸ ਕੇਟਲ। ਓਕੇ, ਸੋ ਫਿਫਥ I am rather old, I can't walk that far, ਤੇ ਇਹਦਾ ਇਹ ਬਣੂਗਾ I am too old to walk that far। ਹੁਣ ਇਹ ਆਪਾਂ ਜੀਰੰਡਸ ਇਹਨਾਂ ਚੋਂ ਪਿਕ ਕਰਨੇ ਆ। ਸਵਿਮਿੰਗ ਇਜ਼ ਅ ਗੁੱਡ ਐਕਸਰਸਾਈਜ਼, ਇਹ ਚੋਂ ਸਵਿਮਿੰਗ ਜੀਰੰਡ ਆ। I enjoy sleeping, ਇਹ ਚੋਂ sleeping ਜੀਰੰਡ ਆ। The old man enjoy gossiping, gossiping ਜੀਰੰਡ ਆ। ਹੁਣ ਤੱਕ ਤੁਹਾਨੂੰ ਸਮਝ ਆਉਣ ਲੱਗ ਗਿਆ ਹੋਊਗਾ ing ਵਾਲੇ ਵਰਡਸ। I hate waiting, waiting ਜੀਰੰਡ ਆ। Stealing is a crime, stealing ਜੀਰੰਡ ਆ। I am fond of walking, walking ਜੀਰੰਡ ਆ। I am good at spelling, spelling ਜੀਰੰਡ ਆ। We took part in voting, voting ਜੀਰੰਡ ਆ। My sister does not like cooking, cooking ਜੀਰੰਡ ਆ। Oh my god, light ਚਲੀ ਗਈ। She is fond of dancing, dancing gerund ਆ। ਹੁਣ ਆਪਾਂ ਇਹ ਕਰਦੇ ਹਾਂ 9th ਐਕਟੀਵਿਟੀ, ਤੇ ਫਿਰ ਇਹ ਕੀ fill in the blanks with correct gerund or infinitive form of the verb। ਹੁਣ ਫਰਸਟ ਹੈ ਜੀ he agreed to help me, ਮੈਂ ਸਿਰਫ ਆਨਸਰ ਪੜੂੰਗੀ। ਐਂਡ ਸੈਕੰਡ ਹੈ ਜੀ Suresh enjoys playing football। ਥਰਡ ਹੈ we failed to catch the train। They decided to work hard। She loves listening to music। I am learning how to drive। The class wanted to go for a picnic। He urged us to work faster। She loves reading books। ing ਲੱਗੇਗਾ ਮੋਸਟਲੀ, urge to ਕਿਸੇ ਕਿਸੇ ਚ ing ਲੱਗੇਗਾ, ਬਾਕੀ verb ਦੀ ਜਿਹੜੀ ਥਰਡ ਫਾਰਮ ਹੈ ਉਹ ਲੱਗੇਗੀ ਕਿਉਂਕਿ verb ਦੀ ਫਾਰਮ ਵੀ ਚੇਂਜ ਕਰਨੀ ਆ। I am looking forward to meeting you। ਤੇ ਇਹ ਜੀ ਅਗਲਾ ਓਕੇ, ਤਾਂ ਤੁਸੀਂ ਇਸ ਚੈਪਟਰ ਦੇ ਪਿੱਛੇ ਇੱਕ ਬੈਕ ਐਕਸਰਸਾਈਜ਼ ਆ ਜਿਸ ਤੁਸੀਂ ਇੱਕ ਐਪਲੀਕੇਸ਼ਨ ਲਿਖਣੀ ਹੈ ਜਿਹੜੀ ਕਿਸ ਲਈ ਆ, ਸਕੂਲ ਲੀਵਿੰਗ ਸਰਟੀਫਿਕੇਟ ਲਈ। ਸਕੂਲ ਛੱਡਣ ਲਈ ਜਿਹੜਾ ਤੁਹਾਨੂੰ ਸਰਟੀਫਿਕੇਟ ਚਾਹੀਦਾ ਵਾ ਉਹ ਸਰਟੀਫਿਕੇਟ ਲੈਣ ਲਈ ਤੁਸੀਂ ਐਪਲੀਕੇਸ਼ਨ ਲਿਖਣੀ ਆ। ਦੇਖੋ ਐਪਲੀਕੇਸ਼ਨ ਦਾ ਪੈਟਰਨ ਸਾਰਾ ਲੈਫਟ ਹੈਂਡ ਸਾਈਡ ਤੇ ਜਾਂਦਾ ਵਾ। ਟੂ ਦਾ ਪ੍ਰਿੰਸੀਪਲ, ਸਕੂਲ ਦਾ ਨਾਮ, ਸ਼ਹਿਰ ਦਾ ਨਾਮ, ਸਬਜੈਕਟ ਆ ਰਿਕੁਐਸਟ ਫॉर ਸਕੂਲ ਲਿਵਿੰਗ ਸਰਟੀਫਿਕੇਟ। ਆਪਾਂ ਨੂੰ ਇਹ ਸਰਟੀਫਿਕੇਟ ਚਾਹੀਦਾ ਵਾ ਨਾ। ਫਿਰ ਜੋ ਵੀ ਤੁਹਾਡੇ ਪ੍ਰਿੰਸੀਪਲ ਸਰ ਮੈਡਮ ਹੋਣਗੇ ਉਹ I am student of class 8, ਆਪਣੇ ਸਕੂਲ ਦਾ ਨਾਮ, ਸੈਕਸ਼ਨ ਦਾ ਨਾਮ ਲਿਖ ਦਿਓ ਉਰੇ। I requested to you kindly issue me a school living certificate as my father has been transferred to another city। I will leave the school on, ਇੱਥੇ ਡੇਟ ਭਰ ਦਿਓ ਜਿਹਦੇ ਵਿੱਚ ਤੁਸੀਂ ਸਕੂਲ ਛੱਡਣਾ ਵਾ। After leaving this school I will take admission in this school A ਸ਼ਹਿਰ। ਜਿਹੜੇ ਨਵੇਂ ਸਕੂਲ ਚ ਆਣਾ ਉਹਦਾ ਨਾਮ ਲਿਖ ਦਿਓ, ਕਿਹੜੇ ਸ਼ਹਿਰ ਚ ਆਣਾ ਉਹ ਸ਼ਹਿਰ ਦਾ ਨਾਮ ਲਿਖ ਦਿਓ। I shall be very thankful to you, ਕਹਿੰਦੇ ਮੈਂ ਤੁਹਾਡਾ ਬਹੁਤ ਧੰਨਵਾਦ ਹੋਵਾਂਗਾ। ਇਹ ਨੀਚੀਆਂ ਵੀ ਸਾਰੀਆਂ ਚੀਜ਼ਾਂ ਲੈਫਟ ਹੈਂਡ ਸਾਈਡ ਤੇ। ਥੈਂਕਿੰਗ ਯੂ, yours obediently, name, class, roll number and date ਬਹੁਤ ਜ਼ਰੂਰੀ ਹੁੰਦੀ ਆ।